guys, I'm here with the new cue card. The cue card is describe a law on environment protection. So let's start. The main job of environmental law is to protect human or animal health and environment. So जो environmental laws ने उन्हां दा main role की हुंदा कि humans ਨੂੰ animals ਨੂੰ safe ਰੱਖਣਾ and environment ਨੂੰ safe ਰੱਖਣਾ, ਉਹਨਾਂ ਨੂੰ protect ਰੱਖਣਾ. So few years back, Indian government enacted one such law. Enacted means made. So कुछ ਕੁ ਸਾਲ ਪਹਿਲਾਂ ਇੰਡੀਅਨ ਗਵਰਨਮੈਂਟ ਨੇ ਇੱਕ ਇਹੋ ਜਿਹਾ ਲਾਅ ਬਣਾਇਆ ਸੀ, ਇਨੈਕਟ ਕੀਤਾ ਸੀ. This law is about banning the burning of crop residues such as wheat and paddy straw. ਕਣਕ ਜਾਂ ਝੋਨਾ ਵੱਢਣ ਤੋਂ ਬਾਅਦ ਜੋ ਖੇਤ ਨੂੰ ਅੱਗ ਲਾ ਦਿੱਤੀ ਜਾਂਦੀ ਸੀ, ਮਤਲਬ ਜੋ ਪਰਾਲੀ ਹੁੰਦੀ ਆ, ਸ਼ਾਇਦ ਜਿਹੜੇ ਰੂਰਲ ਏਰੀਆਜ਼ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ, ਜੋ ਪਰਾਲੀ ਨੂੰ ਅੱਗ ਲਾ ਦਿੱਤੀ ਜਾਂਦੀ ਸੀ, ਇਹ ਲਾਅ ਤਾਂ ਬਣਾਇਆ ਗਿਆ ਸੀ ਕਿ ਉਹ 'ਤੇ ਬੈਨ ਕਰ ਸਕੀਏ. ਇਹ ਲਾਅ ਉਹ ਚੀਜ਼ ਨੂੰ ਬੈਨ ਕਰਨ ਲਈ ਬਣਾਇਆ ਗਿਆ ਸੀ. ਦਿਸ ਲਾਅ ਇਜ਼ ਅਬਾਊਟ ਬੈਨਿੰਗ ਦ ਬਰਨਿੰਗ ਆਫ ਕ੍ਰੌਪ ਰੈਜ਼ੀਡਿਊਜ਼. ਕ੍ਰੌਪ ਰੈਜ਼ੀਡਿਊਜ਼ ਮਤਲਬ ਜਦੋਂ ਕਣਕ ਵੱਢੀ ਜਾਂਦੀ ਹੈ ਜਾਂ ਝੋਨਾ ਵੱਢਿਆ ਜਾਂਦਾ, ਜਿਹੜੀ ਆਪਣਾ ਜੋ ਵੀ ਵੇਸਟੇਜ ਬਚ ਜਾਂਦੀ ਹੈ ਉਹਨੂੰ ਅੱਗ ਲਾ ਦਿੱਤੀ ਜਾਂਦੀ ਹੈ, ਤਾਂ ਉਹਦੇ ਉੱਪਰ ਬੈਨ ਲਾਇਆ ਗਿਆ ਸੀ. ਕਿਉਂ ਬੈਨ ਲਾਇਆ ਗਿਆ ਸੀ? Owing to the increased population in Delhi, this law was made so that the air quality may improve. ਇਹ ਲਾਅ ਮੇਨਲੀ ਤਾਂ ਲਾਇਆ ਗਿਆ ਸੀ ਕਿਉਂਕਿ ਦਿੱਲੀ ਦੇ ਵਿੱਚ ਪਹਿਲਾਂ ਹੀ ਬਹੁਤ ਬੁਰਾ ਹਾਲ ਸੀ, ਏਅਰ ਪੋਲਿਊਸ਼ਨ ਉੱਥੇ ਪਹਿਲਾਂ ਹੀ ਜ਼ਿਆਦਾ, ਕਿਉਂਕਿ ਉੱਥੇ ਜੋ ਪੋਪੂਲੇਸ਼ਨ ਆ ਉਹ ਵੀ ਕਾਫੀ ਹੱਦ ਤੱਕ ਦੂਸਰੇ ਏਰੀਅਸ ਨਾਲੋਂ ਜ਼ਿਆਦਾ, ਤਾਂ ਕਰਕੇ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਲਾਅ ਬਣਾਇਆ ਗਿਆ ਸੀ ਕਿ ਪਰਾਲੀ ਨੂੰ ਅੱਗ ਨਹੀਂ ਲਾਈ ਜਾਊਗੀ. I came to know about this law from newspaper as it was published widely on every newspaper in the country. ਮੈਨੂੰ ਇਹ law ਬਾਰੇ ਨਿਊਜ਼ਪੇਪਰ ਤੋਂ ਪਤਾ ਲੱਗਿਆ ਸੀ ਕਿਉਂਕਿ ਇਹ ਵਾਈਡਲੀ ਹਰੇਕ ਨਿਊਜ਼ਪੇਪਰ ਦੇ ਉੱਪਰ ਇਹ ਖਬਰ ਆਈ ਸੀ, ਇਹ law ਬਾਰੇ ਦੱਸਿਆ ਗਿਆ ਸੀ. This law is beneficial to each and every citizen of India. ਇਹ ਹਰੇਕ ਲਈ ਬੈਨੀਫੀਸ਼ੀਅਲ ਆ ਇਹ ਜਿਹੜਾ law ਬਣਾਇਆ ਗਿਆ ਹੈ. Because protection of environment helps in keeping us hale and hearty. ਕਿਉਂਕਿ ਜਦੋਂ ਵੀ ਹੁਣ ਜੇ ਜੋ ਝੋਨਾ ਉਹਦੀ ਪਰਾਲੀ ਆ, ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਈ ਜਾਊਗੀ ਤਾਂ ਜੋ ਵੀ ਵੇਸਟੇਜ ਆ, ਜੋ ਵੀ ਫੀਲਡਸ ਦੇ ਵਿੱਚ ਤੁਸੀਂ ਸਮਝ ਰਹੇ ਹੋਗੇ, ਜੋ ਵੀ ਖੇਤਾਂ ਦੇ ਵਿੱਚ ਵੇਸਟੇਜ ਬਚਦਾ ਉਹਨੂੰ ਅੱਗ ਲਾ ਦਿੱਤੀ ਜਾਂਦੀ ਹੈ. ਜੇ ਉਹ ਅੱਗ ਨਾ ਲਾਈ ਜਾਊ ਉਹ 'ਤੇ ਬੈਨ ਹੋਊ, ਲੋਕ ਡਰਨਗੇ. ਇਹ ਲਾਅ ਬਣਾਇਆ ਗਿਆ ਸੀ ਉਹ 'ਤੇ ਬੈਨ ਆ, ਤਾਂ ਉਹ ਬੈਨ ਲੱਗਿਆ ਤਾਂ ਉਹਦੇ ਨਾਲ ਸਾਰਿਆਂ ਨੂੰ ਫਾਇਦਾ. ਕਿਵੇਂ ਫਾਇਦਾ? ਕਿ ਜੋ ਇਨਵਾਇਰਮੈਂਟ ਆ ਉਹ ਪ੍ਰੋਟੈਕਟ ਰਹੂਗਾ ਅਤੇ ਉਹਦੇ ਨਾਲ ਆਪਾਂ ਵੀ ਸੇਫ ਰਹਾਂਗੇ. ਕਿਵੇਂ? ਉਹਦੇ ਨਾਲ ਆਪਾਂ ਵੀ ਸਿਹਤਮੰਦ ਰਹਾਂਗੇ ਕਿ ਆਪਾਂ ਨੂੰ ਕੋਈ ਰੈਸਪੀਰੇਟਰੀ ਡਿਜ਼ੀਜ਼ਸ ਨਾ ਹੋਣਗੇ, ਲੰਗਸ ਪ੍ਰੋਬਲਮਸ ਨਾ ਹੋਣਗੀਆਂ. ਸੋ ਇਸ ਵਿੱਚ ਮੈਂ ਦੱਸਦਾ ਕਿ ਬਿਕੋਜ਼ ਵੀ ਇਹ ਲਾਅ ਤਾਂ ਸਾਰਿਆਂ ਲਈ ਬੈਨੀਫੀਸ਼ੀਅਲ ਆ ਕਿਉਂਕਿ ਜਿਹੜੀ ਇਨਵਾਇਰਮੈਂਟ ਦੀ ਪ੍ਰੋਟੈਕਸ਼ਨ ਆ ਉਹ ਆਪਾਂ ਨੂੰ ਸਾਰਿਆਂ ਨੂੰ ਇਟ ਕੀਪਸ ਅਸ ਹੇਲ ਐਂਡ ਹਾਰਟੀ, ਮੀਨਸ ਤੰਦਰੁਸਤ ਰੱਖਦੀ ਹੈ. ਹੇਲ ਐਂਡ ਹਾਰਟੀ ਮੀਨਸ ਫਿਟ ਐਂਡ ਫਾਈਨ. Burning of crop residues emit harmful gases such as methane. ਤਾਂ ਹੁਣ ਥੋੜ੍ਹਾ ਜਿਹਾ ਆਪਾਂ ਉਹਨੂੰ ਐਕਸਪਲੇਨ ਕਰ ਦਾਂਗੇ ਕਿ ਜਿਹੜੀ ਇਹ ਆਪਾਂ ਝੋਨੇ ਦੀ ਮਤਲਬ ਜਿਹੜੀ ਇਹ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ, ਜੋ ਵੀ ਬਰਨ ਕੀਤਾ ਜਾਂਦਾ, ਜੋ ਵੇਸਟੇਜ ਹੁੰਦਾ, ਜੋ ਕ੍ਰੌਪ ਰੈਜ਼ੀਡਿਊਸ ਹੁੰਦੇ ਆ, ਉਹਨੂੰ ਜਦੋਂ ਆਪਾਂ ਅੱਗ ਲਾਉਣੀ ਆ ਤਾਂ ਉਹਦੇ ਵਿੱਚੋਂ ਹਾਰਮਫੁਲ ਗੈਸਿਸ ਅਮਿਟ ਹੁੰਦੀਆਂ ਜਿਵੇਂ ਕਿ ਮੀਥੇਨ. ਦਿਸ ਗੈਸ ਇਜ਼ ਵੈਰੀ ਟੌਕਸਿਕ ਐਂਡ ਡੈਡਲੀ ਫॉर ਦ ਲੰਗਸ. ਇਹ ਗੈਸ ਬਹੁਤ ਜ਼ਹਿਰੀਲੀ ਹੁੰਦੀ ਹੈ ਅਤੇ ਡੈਡਲੀ ਮਤਲਬ ਫੈਟਲ ਮਤਲਬ ਜਾਨਲੇਵਾ ਹੁੰਦੀ ਆ, ਅਤੇ ਲੰਗਸ ਲਈ ਬਹੁਤ ਖਤਰਨਾਕ ਆ, ਆਪਣੇ ਫੇਫੜਿਆਂ ਲਈ ਬਹੁਤ ਖਤਰਨਾਕ ਆ. ਸੋ ਦਿਸ ਲਾਅ ਇਜ਼ ਵੈਰੀ ਹੈਲਪਫੁਲ ਫॉर ਕਲੀਨਿੰਗ ਦਾ ਏਅਰ ਕੁਆਲਿਟੀ. ਸੋ ਇਸ ਕਰਕੇ ਇਹ ਜਿਹੜਾ ਲਾਅ ਬਣਿਆ ਹੈ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜਿਹੜੀ ਏਅਰ ਕੁਆਲਿਟੀ ਉਹਨੂੰ ਕਲੀਨ ਕਰਨ ਲਈ, ਏਅਰ ਪੋਲਿਊਸ਼ਨ ਨੂੰ ਘਟਾਉਣ ਲਈ. Moreover, I feel good about this law because government has provided many alternatives. ਮੈਂ ਇਹ ਲਾਅ ਨਾਲ ਤਾਂ ਸਹਿਮਤ ਹਾਂ ਜਾਂ ਮੈਂ ਇਹਦੇ ਲਈ ਖੁਸ਼ ਹਾਂ, ਇਹ ਲਾਅ ਲਈ ਜਿਹੜਾ ਇਹ ਬਣਿਆ ਹੈ ਕਾਨੂੰਨ ਲਈ ਖੁਸ਼ ਹਾਂ ਕਿਉਂਕਿ ਗਵਰਨਮੈਂਟ ਨੇ ਹੋਰ ਅਲਟਰਨੇਟਿਵਸ, ਹੋਰ ਮੈਥਡਸ ਦੱਸੇ ਨੇ ਕਿ ਜੇ ਹੁਣ ਆਪਾਂ ਜੋ ਵੀ ਵੇਸਟੇਜ ਬਚੀ ਆ, ਕ੍ਰੌਪ ਰੈਜ਼ੀਡਿਊਸ ਬਚੇ ਨੇ, ਉਹਨਾਂ ਨੂੰ ਹੋਰ ਕੀ ਤਰੀਕਾ, ਮਤਲਬ ਜੇ ਆਪਾਂ ਨਹੀਂ ਜਲਾ ਰਹੇ ਤਾਂ ਹੋਰ ਕੀ ਤਰੀਕਾ, ਉਹਦੇ ਹੋਰ ਅਲਟਰਨੇਟਿਵਸ ਆਪਾਂ ਨੂੰ ਗਵਰਨਮੈਂਟ ਨੇ ਪ੍ਰੋਵਾਈਡ ਕੀਤੇ ਨੇ, ਤਾਂ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਵਧੀਆ ਲਾਅ ਹੈ.
ਫॉर द मैनेजमेंट ऑफ दीज क्रॉप रेजिड्यूज। मैं ये लॉ ਲਈ खुश हाँ क्योंकि गवर्नमेंट ने अल्टरनेटिव्स प्रोवाइड किए ने। अल्टरनेटिव्स कादे फॉर द मैनेजमेंट ऑफ दीज क्रॉप रेजिड्यूज, मतलब क्रॉप रेजिड्यूज ਨੂੰ मैनेज ਕਰਨ ਲਈ ਵੀ ਹੁਣ ठीक है किसानां ने ਅੱਗ नहीं ਲਾਉਣੀ ਉਹ ਤੇ बैन है ਤਾਂ ਹੁਣ ਉਹਦਾ ਕੀ ਕੀਤਾ ਜਾਊਗਾ, ਗਵਰਨਮੈਂਟ ਨੇ ਅਲਟਰਨੇਟਿਵਸ ਵੀ ਪ੍ਰੋਵਾਈਡ ਕੀਤੇ ਨੇ। they have provided subsidies on new machines such as super seeder। गवर्नमेंट ने सबसिडीज़ मतलब एक ग्रांट्स ਜਾਂ सबसिडीज़ प्रोवाइड कीतियां न्यू मशीन्स ते, जिमें कि सुपर सीडर है। सुपर सीडर के उपर गवर्नमेंट ने सबसिडीज़ प्रोवाइड कीतियां हुई हैं। सुपर सीडर एक मशीन है। दिस मशीन नॉट ओनली मिक्स पैडी स्ट्रॉ इनटू सॉइल बट आल्सो सो द सीड फॉर अनदर क्रॉप विच इज़ वीट। हुण देखो पहला ऑप्शन की सीगा कि जो भी कणक ਜਾਂ जो ਝੋਨਾ ਵੱਢਿਆ ਜਾਂਦਾ ਉਸ ਤੋਂ ਬਾਅਦ ਉਹ ਜੋ ਵੇਸਟੇਜ ਆ ਉਹਨੂੰ ਅੱਗ ਲਾ ਦਿੱਤੀ ਜਾਂਦੀ ਹੈ। ਬਟ ਹੁਣ ਗਵਰਨਮੈਂਟ ਨੇ ਆਪਾਂ ਨੂੰ ਅਲਟਰਨੇਟਿਵ ਕੀ ਦਿੱਤਾ, ਸੁਪਰ ਸੀਡਰ। ਤਾਂ ਹੁਣ ਉਸ ਦੀ ਬਜਾਏ ਕੀ ਹੁੰਦਾ, ਇਹ ਮਸ਼ੀਨ ਕੀ ਕਰਦੀ ਹੈ, ਉਹਨੂੰ ਵਾਹ ਦਿੰਦੀ ਹੈ। ਮਤਲਬ ਜੇ ਤੁਹਾਨੂੰ ਥੋੜ੍ਹੀ ਬਹੁਤ ਨੌਲੇਜ ਹੋਵੇ ਤਾਂ ਉਹਨੂੰ ਇੱਕ ਤਰ੍ਹਾਂ ਜੋ ਪੈਡੀ ਸਟਰॉ ਬਚਿਆ ਹੁੰਦਾ, ਜੋ ਵੀ क्रॉप ਰੈਜ਼ੀਡਿਊ ਬਚਿਆ ਹੁੰਦਾ, ਵੇਸਟੇਜ ਬਚੀ ਹੁੰਦੀ ਆ, ਬਜਾਏ ਕਿ ਅੱਗ ਲਾਉਣ ਨਾਲੋਂ ਉਹ ਜ਼ਮੀਨ ਦੇ ਵਿੱਚ ਹੀ, ਸੋਇਲ ਦੇ ਵਿੱਚ ਹੀ ਮਤਲਬ ਮਿਕਸ ਹੋ ਜਾਂਦਾ। ਜੋ ਵੀ क्रॉप ਵੇਸਟੇਜ ਹੁੰਦਾ ਇਹ ਮਸ਼ੀਨ ਦੀ ਹੈਲਪ ਨਾਲ ਉਹ ਸੋਇਲ ਦੇ ਵਿੱਚ ਮਿਕਸ ਹੋ ਜਾਂਦਾ। ਇਹ ਨਾ ਉਹਨੂੰ ਜਿਹੜਾ ਵੇਸਟੇਜ ਉਹਨੂੰ ਮਿਕਸ ਹੀ ਨਹੀਂ ਕਰਦਾ ਸੋਇਲ ਦੇ ਵਿੱਚ, ਸਗੋਂ ਜਿਹੜੀ ਹੋਰ ਵੀ ਮਤਲਬ ਜਿਵੇਂ ਹੁਣ ਅਗਲੀ ਵਾਰ ਲਈ अगले सीजन ਲਈ जो भी क्रॉप उगाना ਹੁੰਦਾ ਉਹ ਵੀ ਉਗਾ ਦਿੰਦਾ। ਇਹ ਦੋ ਕੰਮ ਕਰਦਾ, ਸੁਪਰ ਸੀਡਰ ਮਸ਼ੀਨ ਦੋ ਕੰਮ ਕਰੂਗੀ। ਇੱਕ ਤਾਂ ਜੋ क्रॉप ਵੇਸਟੇਜ ਆ ਉਹਨੂੰ ਸੋਇਲ ਦੇ ਵਿੱਚ ਮਿਕਸ ਹੀ ਕਰ ਦੂਗੀ, ਅੱਗ ਲਾਉਣ ਦੀ ਲੋੜ ਨਹੀਂ ਪੈਣੀ। ਦੂਸਰਾ ਜਿਹੜਾ ਕੋਈ ਵੀ ਸੀਡ ਆ ਮਤਲਬ ਸੋ ਦਾ ਸੀਡ ਮਤਲਬ ਜੋ ਵੀ ਅਗਲੇ क्रॉप ਲਈ ਜੋ ਬੀਜ ਆ ਉਹ ਵੀ ਨਾਲ ਨਾਲ ਬੀਜ ਦਿੰਦੀ ਹੈ। ਇਹਦੇ ਦੋ ਕੰਮ ਨੇ। Individuals also abide by this law and have stopped the illegal practice of burning the fields in the recent years। ਤੇ individuals ਨੇ ਵੀ ਸਾਥ ਦਿੱਤਾ ਹੈ ਗਵਰਨਮੈਂਟ ਦਾ ਤੇ also abide by this law ਮਤਲਬ ਉਹ ਵੀ individuals ਨੇ ਵੀ ਇਹ law ਨੂੰ, ਇਹ ਕਾਨੂੰਨ ਨੂੰ ਫੋਲੋ ਕੀਤਾ ਹੈ ਤੇ ਉਹਨਾਂ ਨੇ ਇਹ ਜਿਹੜੀ ਮਤਲਬ ਖੇਤਾਂ ਨੂੰ ਬਾਅਦ 'ਚ ਅੱਗ ਲਾਉਣ ਵਾਲੀ ਮਤਲਬ ਪ੍ਰੈਕਟਿਸ ਬੰਦ ਕਰ ਦਿੱਤੀ ਹੈ ਪਿਛਲੇ ਕੁਛ ਕੁ ਸਾਲਾਂ 'ਚ। ਹਾਂਜੀ ਗਾਇਸ, ਹੋਪ ਸੋ ਤੁਹਾਨੂੰ ਇਹ ਮੇਰਾ ਕਿਊ ਕਾਰਡ ਵਧੀਆ ਲੱਗਿਆ ਹੋਊਗਾ। ਡੋਂਟ ਫੋਰਗੇਟ ਟੂ ਸਬਸਕ੍ਰਾਈਬ ਮਾਈ ਚੈਨਲ ਫॉर मोर वीडियोज़। थैंक यू।